ॐ श्री वाहिगुरु जी। कबीर आई मुझे पै अनक करे कर पेख। हम राखे गुर अपने उनकीनो आदेश। जिन लाई प्रीत सोई फिर खाया, जिस सुख बठाली जिस सुख बठाली तिस बहुत भाव दवाया। माई भाई मीत कुटुंब विवादे, हम आई बस गुर प्रसादे। माया ममता मोहणी जिन बिन दंता जग खाया। मनमुख खादे गुरमुख उबरे, जिनी सच नाम चित लाया। बिन नामै जग कंबला फिरे, बिन नामै जग कंबला फिरे। गुरमुख नदरी आया, धंधा करतिਆਂ नेफल जन्म गवाया। सुख दाता मन ना वसाया, नानक नाम तना को मिलया। जिनको तुर लिख पाया, माया होई नागनी जगत रही लपटाए। इसकी सेवा जो करे तिस ही को फिर खाए। माया ममता छोड़ी न जाए, से छूटे सच कार कमावे। उदो साए क्या निशानी तोड़ न आवे अन्नी। उदो से कर ही उठी कुड़ी रन्नी धम्मी। सत्ती रन्नी घरे सियापा, रोवे दम सुहमी। जो लेवे सो देवे नहीं, खट्टे दन सुहम दम सुहमी। वाहिगुरु जी का खालसा, वाहिगुरु जी की फतेह। गुरु प्यारी गुरु सवारी साध संगत जी, अज आपां एक अहम नुकते ते गल करनी आ। गुरु अमरदास जी का वचन है, ये जग ममता मोहा जीवन की विद नाई। जीवन तो है पर जीवन नूं जीण दा तरीका नहीं है बंदे को। क्यों नहीं है तरीका? ये जगत ममता मुआ, ये मोह दे ममता दे टोए विच इहो जिहा डिग्गा वा, इनू कोई सुझिया ही नहीं। ये जगत ममता मुआ। तो जदों कोई मर जाता है ना,
ਮਮਤਾ 'ਚ ਮਰ ਗਿਆ ਜਿਹੜਾ, ਇੱਕ ਤਾਂ ਸਰੀਰ ਤੌਰ 'ਤੇ ਮਰ ਗਿਆ, ਉਹ ਖਤਮ ਹੋ ਗਿਆ। ਉਹਨੂੰ ਕਹਿੰਦੇ ਉਹ ਖਤਮ ਹੋ ਗਿਆ, ਮਰ ਗਿਆ। ਇੱਕ ਮਮਤਾ ਵਿੱਚ ਮਰ ਜਾਣਾ ਹੈ, ਇੱਕ ਮੋਹ ਵਿੱਚ ਗੁਲਤਾਨ ਹੋ ਜਾਣਾ ਹੈ। ਤੇ ਜਦੋਂ ਬੰਦਾ ਪਰਿਵਾਰ ਦੇ ਮੋਹ 'ਚ ਵੀ ਗਲਤਾਨ ਹੋ ਜਾਂਦਾ ਹੈ ਤੇ ਧਰਮ ਦੀ ਦੁਨੀਆ 'ਚ ਉਸਨੂੰ ਕਿਹਾ ਜਾਂਦਾ ਹੈ ਮਰ ਚੁੱਕਾ ਹੈ, ਇਹ ਡੁੱਬ ਚੁੱਕਾ ਹੈ। ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾਂ ਤੈਂ ਡੂਬ ਹੀ ਅਲੇ। ਮੋਹ ਦੇ ਵਿੱਚ ਮਰ, ਕਹਿੰਦੇ ਜਿਹਨੂੰ ਅਸੀਂ ਵੇਖਦੇ ਹਾਂ ਉਹ ਡੁੱਬਿਆ ਹੋਇਆ। ਤੇ ਜਿਹੜਾ ਬੰਦਾ ਡੁੱਬ ਜਾਵੇ ਨਾ, ਉਹ ਮਰ ਜਾਂਦਾ। ਜਿਹੜਾ ਬੰਦਾ ਡੁੱਬ ਜਾਵੇ, ਪਾਣੀ ਵਿੱਚ ਕੋਈ ਬੰਦਾ ਡਿੱਗ ਗਿਆ, ਡੁੱਬ ਗਿਆ ਤੇ ਮਰ ਗਿਆ। ਅਗਰ ਸਰੀਰ ਪਾਣੀ ਵਿੱਚ ਡਿੱਗ ਜਾਵੇ, ਡੁੱਬ ਜਾਵੇ, ਤਾਂ ਸਰੀਰ ਮਰ ਜਾਂਦਾ ਹੈ। ਤੇ ਮਰ, ਕਹਿੰਦੇ ਜਿਹੜਾ ਮਮਤਾ ਵਿੱਚ ਮਰ ਡੁੱਬ ਗਿਆ, ਇੱਕ ਤਾਂ ਸਰੀਰ ਡੁੱਬ ਗਿਆ ਪਾਣੀ 'ਚ, ਤੇ ਉਹਨੂੰ ਜਦੋਂ ਡੁੱਬਦੇ ਨੂੰ ਲੋਕੀ ਕਈ ਫੜਨ ਦੀ ਕੋਸ਼ਿਸ਼ ਵੀ ਕਰਦੇ ਨੇ। ਜੇ ਤੇ ਉਸਨੂੰ ਕੋਈ ਫੜ ਕੇ ਬਾਹਰ ਕੱਢ ਲਏ ਡੁੱਬਦੇ ਨੂੰ, ਤੂੰ ਬਚ ਜਾਂਦਾ ਹੈ। ਤੇ ਜੇ ਕੋਈ ਨਾ ਡਿੱਗੇ ਨੂੰ ਕੱਢੇ ਤੇ ਉਹ ਡੁੱਬ ਕੇ ਮਰ ਜਾਂਦਾ ਹੈ। ਇਸੇ ਤਰ੍ਹਾਂ ਧਰਮ ਦੀ ਦੁਨੀਆ ਅੰਦਰ ਵਾ, ਜਿਹੜਾ ਪਰਿਵਾਰ 'ਚ ਡੁੱਬ ਗਿਆ, ਉਹ ਮਰ ਗਿਆ। ਜਿਹੜਾ ਧਨ ਵਿੱਚ ਡੁੱਬ ਗਿਆ, ਮਰ ਗਿਆ। ਜਿਹੜਾ ਕਾਮ 'ਚ ਡੁੱਬ ਗਿਆ, ਮਰ ਗਿਆ। ਇਸ ਨੂੰ ਬਾਣੀ ਕਹਿੰਦੀ ਹੈ ਕਿ ਚੜ ਚਖੜ ਔਹਾੜ, ਲਹਿਰੀ ਵੈਣ ਲਖੇਸਰੀ, ਸਤਿਗੁਰ ਸਿਉ ਅਲਾਏ, ਬੇੜੇ ਡੁੱਬਣ ਨਹੀਂ ਪਾਓ। ਕਹਿਣ ਲੱਗੇ ਬੰਦਿਆ, ਤੇਰੇ ਕੋ ਜ਼ਿੰਦਗੀ ਹੈ, ਤੇਰੇ ਕੋ ਜੀਵਨ ਹੈ, ਪਰ ਜੀਵਨ ਦੀ ਬਿਧ ਨਹੀਂ ਹੈ। ਮੇਰੇ ਕੋ ਹਾਰਮੋਨੀਆ ਹੈ, ਪਰ ਹਾਰਮੋਨੀਆ ਚਲਾਉਣ ਦੀ ਮੇਰੇ ਕੋ ਜਾਚ ਨਹੀਂ ਹੈ, ਬਿਧ ਨਹੀਂ ਹੈ। ਮੇਰੇ ਕੋ ਤਬਲਾ ਪਿਆ ਗੁਰਦੁਆਰੇ ਸਾਹਿਬ, ਪਰ ਤਬਲਾ ਚਲਾਉਣ ਦੀ ਮੇਰੇ ਕੋ ਬਿਧ ਨਹੀਂ ਹੈ। ਮੇਰੇ ਕੋ ਗੱਡੀ ਹੈ, ਫਰਜ਼ ਕਰ ਲਓ, ਪਰ ਗੱਡੀ ਚਲਾਉਣ ਦੀ ਬਿਧ ਨਹੀਂ ਹੈ। ਤੇ ਸਾਡੇ ਕੋ ਜੀਵਨ ਹੈ, ਜੀਵਨ ਚਲਾਉਣ ਦੀ ਬਿਧ ਨਹੀਂ ਹੈ। ਤੇ ਮਹਾਰਾਜ ਕਹਿੰਦੇ ਸਤਿਗੁਰ ਸਿਉ ਅਲਾਏ, ਬੇੜੇ ਡੁੱਬਣ ਨਾਹੀਂ ਪਾਓ। ਮਹਾਰਾਜ ਕਹਿੰਦੇ ਬੰਦਿਆ, ਇਹ ਸੰਸਾਰ ਦੇ ਵਿੱਚ ਇਹੋ ਜਿਹੀਆਂ ਘੁੰਮਣ ਘੇਰੀਆਂ ਨੇ ਤੇ ਤੇਰੇ ਡੁੱਬਣ ਦੇ ਬਹੁਤ ਹਰ ਦਮ ਚਾਂਸ ਬਣੇ ਰਹਿੰਦੇ ਨੇ ਕਿ ਤੂੰ ਡੁੱਬਿਆ ਹੀ ਡੁੱਬਿਆ। ਜੇ ਤੂੰ ਗੁਰੂ ਨੂੰ ਯਾਦ ਕਰਦਾ ਰਹੇਗਾ ਨਾ, ਤੇ ਸਤਿਗੁਰੂ ਇੱਕ ਬੇੜਾ ਹੈ। ਸਤਿਗੁਰੂ ਬੋਝ ਥਾ, ਸਤਿਗੁਰੂ ਹੈ ਬੋਝ ਥਾ, ਸ਼ਬਦ ਲੰਘਾਵਣ ਪਹਾੜ। ਤੇ ਜਦੋਂ ਫਿਰ ਗੁਰੂ ਇਸ ਧਰਤੀ ਉੱਤੇ ਆਉਂਦਾ ਹੈ ਨਾ, ਉਹ ਫਿਰ ਹੋਕਾ ਦਿੰਦਾ, ਲੋਕੋ ਆ ਜਾਓ ਜਿੰਨੇ ਪਾਰ ਲੰਘਣਾ। ਜੇ ਤੇ ਤੁਸੀਂ ਮਹਾਰਾਜ ਬਚਨ ਆਉਂਦਾ ਬਾਣੀ ਦਾ ਕਿ ਪਤਣ ਕੂਕੇ ਪਾਤਣੀ,
ਗੁਰੂ ਪੱਤਨ ਉੱਤੇ ਖਲੋਤਾ ਹੋਇਆ ਵਾ। ਪੱਤਣ ਕੂਕੇ ਪਾਤਨੀ ਮਲਾ, ਗੁਰੂ ਮਲਾ ਵਾ। ਤੇ ਗੁਰੂ ਪੁਕਾਰ ਕਰ ਰਿਹਾ, ਗੁਰੂ ਰੌਲੀ ਪਾ ਰਿਹਾ। ਜਿਸ ਤਰ੍ਹਾਂ ਇੱਕ ਦਰਿਆ ਦੇ ਕਿਨਾਰੇ ਤੇ ਖਲੋ ਕੇ ਮਲਾਹ ਰੌਲੀ ਪਾਉਂਦਾ ਹੈ ਕਿ ਆਓ ਭਾਈ ਬੇੜੇ 'ਚ ਬੈਠੋ ਜਿੰਨੇ ਪਾਰ ਜਾਣਾ। ਤੇ ਪੱਤਣ ਕੂਕੇ ਪਾਤਣੀ, ਗੁਰੂ ਵੀ ਕਹਿੰਦਾ ਸਿੱਖਾ ਤੂੰ ਆ ਨਾਮ ਦੇ ਜਹਾਜ਼ ਤੇ ਬਹਿ, ਤੂੰ ਨਾਮ ਦੇ ਬੇੜੇ ਤੇ ਬੈਠ ਤੇ ਮੈਂ ਤੈਨੂੰ ਪਾਰ ਲਾ ਦਿਆਂ। ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਪਰ ਸ਼ਰਤ ਇਹ ਹੈ ਕਿ ਚੜੇ ਸੋ ਉਤਰੇ ਪਾਰ। ਜੇ ਬੇੜੇ ਤੇ ਕੋਈ ਚੜੂਗਾ ਹੀ ਨਹੀਂ ਤੇ ਪਾਰ ਕਿਵੇਂ ਹੋਏਗਾ। ਤੇ ਬਾਣੀ ਦਾ ਵਾਕ ਹੈ ਕਿ ਪੱਤਣ ਕੂਕੇ ਪਾਤਣੀ ਵੰਜੋਂ ਤਰਕ ਵਿਲਾੜ। ਉਹ ਕਹਿੰਦੇ ਗੁਰੂ ਆਵਾਜ਼ਾਂ ਮਾਰਨ ਦਿਆ, ਤੂੰ ਭੱਜ ਕੇ ਚੜ ਜਾ ਬੇੜੇ ਤੇ ਫਿਰ ਬਾਣੀ ਦਾ ਅਗਲਾ ਵਾਕ ਆ ਕਿ ਪਾਰ ਪਵੰਦੜੇ ਡਿੱਠ ਮੈਂ। ਮਹਾਰਾਜ ਕਹਿੰਦੇ ਮੈਂ ਉਹਨਾਂ ਲੋਕਾਂ ਨੂੰ ਵੇਖਿਆ ਜਿਹੜੇ ਬੇੜੇ ਤੇ ਬਹਿ ਗਏ ਤੇ ਮਲਾਹ ਨੇ ਚੱਪੂ ਲਾਇਆ ਤੇ ਬੇੜਾ ਪਾਰ ਹੋ ਗਿਆ। ਤੇ ਮਨ ਸਾਡਾ ਇਹੋ ਜਿਹਾ ਇੱਕ ਬੇੜਾ ਹੈ ਜਿਹੜਾ 24 ਘੰਟੇ ਲਹਿਰਾਂ ਉੱਤੇ ਇਸ ਤਰ੍ਹਾਂ ਕਰ ਰਿਹਾ, ਡਾਵਾਂ ਡੋਲ ਚੱਲ ਰਿਹਾ ਹੈ, ਪਤਾ ਨਹੀਂ ਕਦੋਂ ਡੁੱਬ ਜੇ। ਇਹ ਮਨ ਇੱਕ ਇਹੋ ਜਿਹਾ ਬੇੜਾ ਵਾ, ਇਹਨੇ ਪਤਾ ਨਹੀਂ ਕਦੋਂ ਡੁੱਬ ਜਾਣਾ ਹੈ। ਪਰ ਪੱਤਣ ਕੂਕੇ ਪਾਤਨੀ ਵੰਜੋਂ ਤਰਕ ਵਿਲਾੜ, ਪਾਰ ਪਵੰਦੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ। ਪਰ ਜਿਹੜਾ ਗੁਰੂ ਕੇ ਜਹਾਜ਼ ਤੇ ਚੜ ਜਾਂਦਾ ਹੈ, ਨਾਮ ਦੇ ਜਹਾਜ਼ ਉੱਤੇ ਬਹਿ ਜਾਂਦਾ, ਸੰਗਤ ਨੂੰ ਬੇੜੀ ਕਿਹਾ ਗਿਆ। ਨਾਨਕ ਨਾਉ ਬੇੜੀ, ਨਾਨਕ ਨਾਉ ਬੇੜੀ ਜਨ ਤੁਲਹਾ ਪਾਰ ਪਵਾਏ। ਗੁਰੂ ਇੱਕ ਸੰਗਤ ਇੱਕ ਬੇੜੀ ਹੈ। ਖੇਵਟ ਵਿਰਲਾ ਸੰਤ, ਤੇ ਜਿਹੜਾ ਸੰਤ ਹੁੰਦਾ ਹੈ, ਮਹਾਂਪੁਰਖ ਹੁੰਦਾ ਹੈ, ਉਹ ਮਲਾਹ ਹੁੰਦਾ ਹੈ। ਸੰਗਤ ਤੇ ਇੱਕ ਬੇੜੀ ਹੁੰਦੀ ਹੈ। ਤੇ ਜਿਹੜਾ ਸੰਤ ਹੁੰਦਾ ਹੈ ਉਹ ਖੇਵਟ ਵਿਰਲਾ ਸੰਤ। ਸੰਤ ਤੋਂ ਬਿਨਾ, ਗੁਰੂ ਤੋਂ ਬਿਨਾ ਜ਼ਿੰਦਗੀ ਦਾ ਬੇੜਾ ਪਾਰ ਨਹੀਂ ਹੋਣਾ। ਤੇ ਏਡੇ ਭਿਆਨਕ ਸੰਸਾਰ ਵਿੱਚ ਸਾਡਾ ਵਾਸਾ ਹੋ ਗਿਆ ਤੇ ਏਡੀਆਂ ਇੱਥੇ ਲੋਭ ਦੀਆਂ ਲਹਿਰਾਂ ਨੇ ਤੇ ਜ਼ਿੰਦਗੀ ਤੇ ਡੁੱਬੀ ਆ। ਜੇ ਗੁਰੂ ਨੇ ਨਾ, ਗੁਰੂ ਦੇ ਜਹਾਜ਼ ਤੇ ਨਾ ਬੈਠੇ ਅਸੀਂ ਤਾਂ। ਭਗਤ ਨਾਮਦੇਵ ਜੀ ਨੇ ਕਿਹਾ ਕਿ ਲੋਭ ਲਹਿਰ ਅਤ ਨੀਜਰ ਵਾਜੇ, ਕਾਇਆ ਡੂਬੇ ਕੇਸਵਾ, ਕਾਇਆ ਡੂਬੇ ਕੇਸਵਾ। ਐ ਕੇਸਵਾ, ਐ ਪਰਮੇਸ਼ਰ, ਮੇਰੇ ਸਰੀਰ ਅੰਦਰ ਲੋਭ ਦੀਆਂ ਲਹਿਰਾਂ ਬੜੀਆਂ ਭਿਆਨਕ ਉੱਠ ਰਹੀਆਂ ਨੇ। ਲੋਭ ਲਹਿਰ ਅਤ ਨੀਜਰ ਬਾਜੇ ਤੇ ਕਾਇਆ ਡੂਬੇ ਕੇਸਵਾ। ਜਦੋਂ ਲੋਭ ਦੀ ਲਹਿਰ ਉੱਠਦੀ ਆ ਤੇ ਮੇਰਾ ਇਹ ਕਾਇਆ ਡੁੱਬ ਜਾਂਦੀ ਹੈ। ਇੱਕ ਲੋਭ ਲਹਿਰ ਹੈ, ਇੱਕ ਕਾਮ ਲਹਿਰ ਹੈ। ਜਦੋਂ ਕਾਮ ਦੀ ਲਹਿਰ ਵੀ ਸਰੀਰ 'ਚੋਂ ਉੱਠਦੀ ਆ ਤੇ ਬੜੇ ਬੜੇ ਜਤੀ ਸਤੀ ਵੀ ਭ੍ਰਸ਼ਟ ਹੋ ਜਾਂਦੇ ਨੇ। ਮੋਹ ਨੂੰ ਵੀ ਚਿੱਕੜ ਗਿਆ। ਜਿਹੜਾ ਮੋਹ 'ਚ ਡਿੱਗ ਗਿਆ
वो मर गया। हम देखा तै डूब अले। ते मार कहंदे बार विनाड वे बार वे डानड़े हुमस तुमस कूकां पईयां राही। ਕਹਿਣ ਲੱਗੇ ਬੰਦਿਆ ਜਿੱਥੇ ਤੂੰ ਵਾਸਾ ਹੋਇਆ ਨਾ, ਜਿੱਥੇ ਤੂੰ ਰਹਿ ਰਿਹਾ ਹੈ ਨਾ, ਇਹ ਪ੍ਰਾਣੀ ਜੂ ਆ। ਬਾਰ ਵਿਡਾਨੜੇ ਹੁਮਸ, ਹੁਮਸ ਕਹਿੰਦੇ ਨੇ ਅਗਨੀ ਨੂੰ, ਤਪਸ਼ ਨੂੰ। ਇਸ ਸੰਸਾਰ ਵਿੱਚ ਬਹੁਤ ਤਪਸ਼ ਵਾ, ਇਸ ਸੰਸਾਰ ਵਿੱਚ ਬੜੀ ਅੱਗ ਵਾ। ਬਾਰ ਵਿਡਾਨੜੇ ਹੁਮਸ ਤੁਮਸ ਕੂਕਾਂ ਪਈਆਂ ਰਾਹੀ। ਇੱਥੇ ਜੀਵ ਜਿਹੜੇ ਨੇ ਕੁਰਲਾ ਰਹੇ ਨੇ ਤ੍ਰਿਸ਼ਨਾ ਦੀ ਅੱਗ ਦੇ ਨਾਲ। ਚੀਕਾਂ ਵੱਜ ਰਹੀਆਂ ਨੇ। ਧਨ ਦੌਲਤ ਦੇ ਹੁੰਦਿਆਂ ਹੋਇਆਂ ਵੀ ਕੋਈ ਸਬਰ ਸੰਤੋਖ ਨਹੀਂ ਹੈ ਬੰਦੇ ਕੋ। ਬਾਹਰ ਵਿਡਾਨੜੇ ਹੁਮਸ ਤੁਮਸ ਕੂਕਾਂ ਪਈਆਂ ਰਾਹੀ। ਅਸੀਂ ਰਾਹੀ ਹਾਂ, ਅਸੀਂ ਪਾਂਦੀ ਹਾਂ। ਤੇ ਮਰ ਕਹਿੰਦੇ ਅਸੀਂ ਜਿੱਧਰਲੇ ਪਾਸੇ ਵੇਖਦੇ ਹਾਂ ਚੀਕਾਂ ਹੀ ਵੱਜਣ ਦੀਆਂ ਨੇ। ਕਿਤੇ ਲੋਭ ਦੀਆਂ ਲਹਿਰਾਂ ਆ ਰਹੀਆਂ ਨੇ, ਲੋਭ ਲਹਿਰ ਅਤ ਨੀਜਰ ਬਾਜੇ। ਤੇ ਕਿਤੇ ਤ੍ਰਿਸ਼ਨਾ ਦੀ ਅੱਗ ਨਾਲ ਜੀਵ ਸੜਦਾ ਨੇ। ਤੇ ਜਦੋਂ ਅੱਗ ਨਾਲ ਕੋਈ ਸੜਦਾ ਨਾ ਬੰਦਾ, ਭਾਈ ਜਦੋਂ ਅੱਗ ਲੱਗ ਜਾਏ ਕਿਸੇ ਬੰਦੇ ਨੂੰ, ਉਹਦੀ ਹਾਲਤ ਫਿਰ ਬੜੀ ਤਰਸਯੋਗ ਹੁੰਦੀ ਹੈ। ਤੇ ਮਰ ਕਹਿੰਦੇ ਇੱਥੇ ਜਿੰਨੇ ਵੀ ਜੀਵ ਨੇ ਨਾ, ਸਾਰੇ ਤ੍ਰਿਸ਼ਨਾ ਦੀ ਅੱਗ ਨਾਲ ਸੜ ਰਹੇ ਨੇ। ਹੁਮਸ ਤੁਮਸ ਕੂਕਾਂ ਪਈਆਂ, ਕੂਕਾਂ ਮੈਨੇ ਚੀਕਾਂ ਵੱਜਣੀਆਂ। ਤ੍ਰਿਸ਼ਨਾ ਬੰਦੇ, ਤ੍ਰਿਸ਼ਨਾ ਦੇ ਮਾਰੇ ਹੋਏ ਬੰਦੇ ਰੋ ਰਹੇ ਨੇ। ਤੇ ਮਾਰਾ ਫਿਰ ਬਚਾਅ ਕਿਵੇਂ ਹੋਵੇ, ਬੇੜਾ ਪਾਰ ਕਿਵੇਂ ਹੋਵੇ। ਪਾਰ ਪਵੰਦੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ। ਪਤਨ ਕੂਕੇ ਪਾਤਨੀ। ਤੇ ਮਰ ਫਿਰ ਪਾਰ ਕਿਵੇਂ ਹੋਇਆ ਜਾਵੇ, ਇਹ ਤ੍ਰਿਸ਼ਨਾ ਦੀ ਅੱਗ ਤੋਂ ਬਚਿਆ ਕਿਵੇਂ ਜਾਵੇ। ਇਹ ਹੁੰਦਾ ਨਾ ਕਿ ਦਾਵਾ ਅਗਣ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋ ਰਹੀ। ਤ੍ਰਿਸ਼ਨਾ ਨੇ ਬੜੇ ਬੜੇ ਆਪਣੇ ਆਪ ਨੂੰ ਸੰਤ ਮਹਾਂਪੁਰਖ ਅਖਵਾਉਣ ਵਾਲੇ ਵੀ ਭ੍ਰਸ਼ਟ ਕਰਕੇ ਰੱਖ ਦਿੱਤੇ, ਸਾੜ ਕੇ ਰੱਖ ਦਿੱਤੇ। ਉਹ ਬਾਬਾ ਜਿਹੜਾ ਕਹਿੰਦਾ ਸੀ ਫੂਕਾਂ ਮਾਰਦਾ ਹੁੰਦਾ ਸੀ, ਬਲੋਮ ਬਲੋਮ ਕਰ ਲਓ, ਫੂੰ ਫੂੰ ਕਰਦਾ ਜਿਹੜਾ ਰਾਮਦੇਵ ਬਾਬਾ ਕਹਿੰਦਾ ਫੂੰ ਫੂੰ ਕਰ ਲਓ ਤੇ ਰੋਗ ਹਟ ਜਾਣਗੇ ਸਾਰੇ ਹੀ। ਤੇ ਰੋਗ ਕਿਸੇ ਦਾ ਹਟਿਆ ਹੀ ਨਹੀਂ ਫੂੰ ਫੂੰ ਕਰਨ ਦੇ ਨਾਲ। ਵੀ ਤੇਰੀ 1.5 ਅੱਖ ਸੀ, ਤੇਰੀ 1.5 ਤੋਂ 2 ਪੂਰੀਆਂ 2 ਨਹੀਂ ਹੋਈਆਂ ਤੇ ਤੂੰ ਫੂੰ 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 ਤੇ ਸਾਰੀ ਜ਼ਿੰਦਗੀ ਤੂੰ ਆਪ ਕਰਦਾ ਰਿਹਾ। ਤੇਰੇ ਫੂੰ ਫੂੰ ਕਰਨਾ ਤੈਨੂੰ ਤੇ ਕੁਛ ਨਹੀਂ ਹੋਇਆ, ਤੇ ਲੋਕਾਂ ਨੂੰ ਫੂੰ ਫੂੰ ਕਰਾ ਕੇ ਤੂੰ ਕੀ ਕਰ ਲੇਗਾ। ਇਹ 1.5 ਅੱਖ ਵਾਲਾ ਬਾਬਾ ਰਾਮਦੇਵ ਪਹਿਲਾਂ ਤਾਂ ਲੋਕਾਂ ਨੂੰ ਕਿਹਾ ਵੀ ਫੂੰ ਫੂੰ ਕਰੋ ਤੇ ਸਾਰੇ ਹੀ ਰੋਗ ਹਟ ਜਾਣਗੇ। ਤੇ ਰੋਗ ਕਿਸੇ ਦਾ ਹਟਿਆ ਹੀ ਨਹੀਂ, ਉਹਦਾ ਆਪਣਾ ਨਹੀਂ ਹਟਿਆ। ਉਹ ਟੀਰੇ ਦਾ ਟੀਰਾ ਹੀ ਰਹਿ ਗਿਆ, ਭੈਂਗੇ ਦਾ ਭੈਂਗਾ ਹੀ ਰਹਿ ਗਿਆ। ਤੇ ਜਦੋਂ ਨਾ ਕੋਈ ਰੋਗ ਹਟਿਆ ਤੇ ਫਿਰ ਉਹਨੇ ਆਖਿਆ ਮੈਂ ਹੁਣ ਦੇਸੀ ਦਵਾਈਆਂ ਤਿਆਰ ਕਰਤੀਆਂ ਨੇ। ਅਸੀਂ ਅੰਗਰੇਜ਼ੀ ਦਵਾਈ ਨਹੀਂ ਖਾਣੀ, ਮੈਂ ਦੇਸੀ ਦਵਾਈਆਂ ਤਿਆਰ ਕਰਤੀਆਂ ਨੇ। ਤੇ ਲਓ ਇਹ ਸਾਰਿਆਂ ਨੂੰ ਰੋਗਾਂ ਨੂੰ ਮੁਕਾ ਦੇਣਗੀਆਂ। ਤੇ ਦੇਸੀ ਦਵਾਈਆਂ 'ਚ ਕਿਤੇ ਉਹ ਗਾਂ ਦਾ ਮੂਠ ਪਾਲਤਾ ਤੇ ਕਿਤੇ ਗੋਹਾ ਪਾਲਤਾ। ਤੇ ਬਹੁਤ ਵੱਡਾ ਪੂੰਜੀ ਭੱਠੀ ਬਣ ਗਿਆ। ਅਬਡਾਨੀ ਉਹ ਜਿਹੜਾ ਅਡਵਾਨੀ ਡੂਨੀ ਉਹਨੂੰ ਵੀ ਕੱਟੂਗਾ ਜੇ ਬਾਬੇ ਦਾ ਇੱਦਾਂ ਫੂੰ ਫੂੰ ਚੱਲਦਾ ਰਿਹਾ। ਤੇ ਚਲੋ ਹੁਣ ਲੋਕਾਂ ਨੂੰ ਸਮਝ ਆ ਗਈ ਆ, 10 ਸਾਲ ਬਾਬੇ ਦੀ ਮਾਰ ਝੱਲ ਲਈ ਲੋਕਾਂ ਨੇ। ਤੇ ਲੋਕਾਂ ਨੂੰ ਮੂੰਹ 'ਚ ਪਿਆਉਂਦਾ ਰਿਹਾ ਗਾਈਆਂ ਗੂਈਆਂ ਦਾ। ਇਹੋ ਜਿਹੇ ਬਾਬੇ ਵੀ ਭ੍ਰਸ਼ਟ ਹੋ ਗਏ ਤ੍ਰਿਸ਼ਨਾ ਦੀ ਅੱਗ ਨਾਲ। ਤੇ ਮਰ ਕਹਿੰਦੇ ਬਾਰ ਵੇਡਾਨੜੇ ਹੁਮਸ ਤੁਮਸਾ ਕੂਕਾਂ, ਕੂਕਾਂ ਮੈਨੇ ਚੀਕਾਂ ਪਈਆਂ ਰਾਹੀ। ਇਹ ਰੱਬ ਦੇ ਨਾਮ ਤੋਂ ਟੁੱਟ ਗਈ ਦੁਨੀਆ।
ਸੱਚੇ ਪਰਵਰਗਾਰ ਦੇ ਨਾਮ ਤੋਂ ਟੁੱਟ ਗਈ, ਸੰਗਤ ਦੀ ਰੂਪੀ ਬੇੜੀ 'ਚ ਬਹਿਣੋਂ ਉੱਠ ਗਈ ਦੁਨੀਆ। ਤੇ ਹੋਇਆ ਕੀ ਫਿਰ? ਚੀਕਾਂ ਵੱਜਣ ਦੀਆਂ ਨੇ। ਇਹ ਲਿਖਿਆ, ਚੀਕਾਂ ਹੀ ਲਿਖੀਆਂ ਮਾਰ ਰਹੇ ਤਾਂ। ਕੂਕਾਂ ਪਈਆਂ ਰਾਹੀ, ਇਹ ਚੀਕਾਂ ਪਏ ਮਾਰਦੇ ਨੇ। ਤੇ ਮਾਰ ਬਚਾ ਕਿਵੇਂ ਹੋਵੇ? ਅਗਲੀ ਤੁਕ ਸੀ ਮਹਾਰਾਜ ਦੇ, ਤੋ ਸੈ ਸੇਤੀ ਲੱਗੜੀ ਡੋਰੀ। ਜਿਨ੍ਹਾਂ ਦਾ ਧਿਆਨ, ਜਿਨ੍ਹਾਂ ਦੀ ਸੁਰਤ ਰੱਬ ਦੇ ਨਾਮ ਨਾਲ ਜੁੜ ਗਈ, ਜਿਨ੍ਹਾਂ ਨੇ ਪ੍ਰੀਤੀ ਉਸ ਨਾਲ ਪਾ ਲਈ, ਤੋ ਸੈ ਸੇਤੀ ਲੱਗੜੀ ਡੋਰੀ। ਨਾਨਕ ਆਨੰਦ ਸੇਤੀ ਬਨ ਗਾਹੀ। ਇਹੀ ਸੰਸਾਰ ਜਿੱਥੇ ਤ੍ਰਿਸ਼ਨਾ ਦੇ ਮਾਰੇ ਸੜੇ ਲੋਕੀ ਸੜ ਰਹੇ ਨੇ, ਜਿੱਥੇ ਲੋਭ ਦੀਆਂ ਲਹਿਰਾਂ ਨਾਲ ਦੁਨੀਆ ਡੁੱਬ ਰਹੀ ਹੈ, ਜਿੱਥੇ ਮੋਹ ਦੇ ਚਿੱਕੜ 'ਚ ਦੁਨੀਆ ਮਰ ਰਹੀ ਹੈ, ਜਿੱਥੇ ਕਾਮ ਭ੍ਰਸ਼ਟ ਕਰੀ ਜਾ ਰਿਹਾ ਸਾਰਿਆਂ ਨੂੰ ਹੀ, ਜਤੀਆਂ ਸਤੀਆਂ ਦੇ ਵੀ ਸੱਤ ਭੰਗ ਕਰੀ ਜਾ ਰਿਹਾ ਕਾਮ ਵਾਸ ਦੇਵਤਾ, ਮਦਨ ਦੇਵਤਾ ਕਹਿ ਲਓ। ਇਸ ਵੇਲੇ ਕਾਮ ਦੇਵਤੇ ਦਾ ਰਾਜ ਆ, ਮਦਨ ਦੇਵਤੇ ਦਾ ਰਾਜ ਆ, ਧਰਮ ਭ੍ਰਸ਼ਟ ਕਰੀ ਜਾਂਦਾ ਉਹ। ਤੇ ਮਹਾਰਾਜ ਦੇ ਇਹੋ ਜਿਹੇ ਮੌਕੇ ਤੇ ਅਗਰ ਕਿਸੇ ਨੂੰ ਮੈਂ ਫੇਰ ਕਹਿ ਦਿਆਂ, ਮੇਰੇ ਕੋ ਹਾਰਮੋਨੀਆ ਹੈ ਪਰ ਮੈਨੂੰ ਹਾਰਮੋਨੀਆ ਵਜਾਉਣ ਦਾ ਵਿਧ ਨਹੀਂ ਹੈ, ਮੇਰੇ ਕੋ ਤਪਲਾ ਪਿਆ ਹੋਇਆ ਗੁਰਦੁਆਰਾ ਸਾਹਿਬ ਪਰ ਤਪਲਾ ਵਜਾਉਣ ਦੀ ਮੈਨੂੰ ਜਾਚ ਨਹੀਂ ਹੈ, ਵਿਧ ਨਹੀਂ ਹੈ, ਮੇਰੇ ਕੋ ਜੀਵਨ ਹੈ ਪਰ ਜੀਵਨ ਨੂੰ ਕਿਵੇਂ ਬਤੀਤ ਕਰਨਾ ਮੇਰੇ ਕੋ ਵਿਧ ਨਹੀਂ ਹੈ। ਤੇ ਵਿਧੀ ਤੋਂ ਬਿਨਾਂ ਜਿਹੜਾ ਫਿਰ ਉਹ ਕੋਈ ਆਨੰਦ ਨਹੀਂ ਹੁੰਦਾ ਜ਼ਿੰਦਗੀ 'ਚ। ਹੁਣ ਕਿਸੇ ਬੀਬੀ ਨੂੰ ਪਤਾ ਨਾ ਹੋਵੇ ਤੇ ਉਹ ਖੀਰ ਵਿੱਚ ਲੂਣ ਮਿਰਚਾਂ ਪਾ ਦੇਵੇ, ਵੀ ਦੁੱਧ ਦੀ ਖੀਰ ਆ ਤੇ ਉਹਦੇ 'ਚੋਂ, ਜਿਹਨੂੰ ਵਿਧ ਨਹੀਂ ਪਤਾ, ਜਿਹਨੂੰ ਪਤਾ ਹੀ ਨਹੀਂ ਗਾ ਵੀ ਦੁੱਧ ਦੀ ਖੀਰ ਵਿੱਚ ਲੂਣ ਮਿਰਚ ਨਹੀਂ ਪਾਈਦਾ, ਖੰਡ ਪਾਈਦੀ ਆ, ਤੇ ਉਹ ਲੂਣ ਮਿਰਚਾਂ ਪਾ ਦੇ, ਕਿੱਥੋਂ ਸਵਾਦ ਆਊਗਾ। ਤੇ ਗੋਭੀ ਵਿੱਚ ਉਹ ਖੰਡ ਪਾ ਦੇ, ਜਿਹਨੂੰ ਵਿਧ ਨਹੀਂ ਹੈ ਜਿਹਦੇ ਕੋਲ, ਉਹ ਇਸ ਤਰ੍ਹਾਂ ਕਰਦੀਆਂ ਨੇ। ਉਹਨਾਂ ਨੂੰ ਕੁਚੱਜੀਆਂ ਕਹਿੰਦੇ ਨੇ, ਬਾਣੀ ਨੇ ਕਿਹਾ ਉਹ ਕੁਚੱਜੀਆਂ ਹੁੰਦੀਆਂ ਨੇ। ਜਿਨ੍ਹਾਂ ਕੋਲ ਜੀਵਨ ਵਿਧ ਨਾ ਹੋਵੇ ਉਹ ਕੁਚੱਜੀਆਂ ਹੁੰਦੀਆਂ ਨੇ, ਤੇ ਜਦੋਂ ਜੀਵਨ ਵਿਧ ਸਿੱਖ ਲੈਂਦੀਆਂ ਨੇ ਸੁਚੱਜੀਆਂ ਹੋ ਜਾਂਦੀਆਂ ਨੇ, ਉਹੀ ਚੱਲ ਕੇ ਅੱਗੇ ਗੁਣਵੰਤੀਆਂ ਹੋ ਜਾਂਦੀਆਂ ਨੇ। ਇਹ ਤਿੰਨੇ ਤਰ੍ਹਾਂ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਹੈ, ਕੁਚੱਜੀ, ਸੁਚੱਜੀ ਤੇ ਗੁਣਵੰਤੀ। ਤੇ ਮਰ ਕਹਿੰਦੇ ਤ੍ਰਿਸ਼ਨਾ ਅਗਨ ਜਲੇ ਸੰਸਾਰਾ, ਪਰ ਤੋ ਸੈ ਸੇਤੀ ਲੱਗੜੀ ਡੋਰੀ। ਡੋਰੀ ਮੈਨੇ ਸੁਰਤ, ਮੇਰੀ ਸੁਰਤ, ਮੇਰਾ ਪਿਆਰ ਪਰਮੇਸ਼ਰ ਨਾਲ ਪੈ ਗਿਆ। ਤੇ ਜਿੱਦਣ ਪੈ ਗਿਆ, ਇਹੀ ਜਿੱਥੇ ਚੀਕਾਂ ਵੱਜਣ ਦੇ ਅਸੀਂ ਕੂਕਾਂ ਪਈਆਂ ਰਾਹੀਂ, ਆਪਾਂ ਰਾਹੀਂ ਆ, ਸਾਰੇ ਤੜਫ ਰਹੇ ਆ, ਸਾਰੇ ਕੁਰਲਾ ਰਹੇ ਆ, ਤ੍ਰਿਸ਼ਨਾ ਦੇ ਮਾਰੇ ਹੋਏ, ਲੋਭ ਦੀਆਂ ਲਹਿਰਾਂ ਥੱਲੇ ਡੁੱਬੇ ਹੋਏ, ਮੋਹ ਦੇ ਖੂਹ ਵਿੱਚ ਡਿੱਗੇ ਹੋਏ, ਪਰਿਵਾਰ ਦੇ ਖੂਹ ਵਿੱਚ ਡਿੱਗੇ ਹੋਏ, ਸਾਰੇ ਮਰ ਰਹੇ ਆਪਾਂ। ਤੇ ਮਰ ਕਹਿੰਦੇ ਤੋ ਸੈ ਸੇਤੀ ਲੱਗੜੀ ਡੋਰੀ। ਨਾਨਕ ਆਨੰਦ ਸੇਤੀ ਬਨ ਗਾਹੀ। ਇਹੀ ਜਿੱਥੇ ਕੂਕਾਂ ਵੱਜ ਰਹੀਆਂ ਨੇ, ਇਹੀ ਜਿੱਥੇ ਦੁਨੀਆ ਸੜ ਰਹੀ ਹੈ ਸੰਸਾਰ ਦੇ ਵਿੱਚ। ਤੇ ਗੁਰੂ ਅਰਜਨ ਦੇਵ ਕਹਿੰਦੇ ਸਿੱਖਾ, ਤੂੰ ਗੁਰੂ ਨਾਲ ਪਿਆਰ ਪਾ ਲੈ, ਤੂੰ ਸੰਗਤ ਨਾਲ ਪਿਆਰ ਪਾ ਲੈ, ਤੂੰ ਰੱਬ ਨਾਲ ਪਿਆਰ ਪਾ ਲੈ, ਤੇ ਇਹ ਤ੍ਰਿਸ਼ਨਾ ਤੈਨੂੰ ਕੱਖ ਨਹੀਂ ਕਹੇਗੀ। ਇਹੀ ਸੰਸਾਰ ਜਿਹੜਾ ਸਾੜਦਾ ਤੈਨੂੰ, ਇਹ ਆਨੰਦਮਈ ਮਹਿਸੂਸ ਹੋਏਗਾ, ਆਨੰਦਮਈ ਮਹਿਸੂਸ ਹੋਏਗਾ। ਇਸ ਕਰਕੇ ਆਓ ਹੁਣ ਆਪਾਂ ਇਸ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਜੀਣਾ ਹੈ। ਇੱਕ ਤੇ ਉਹ ਲੋਕ ਨੇ ਜਿਹੜੇ ਤ੍ਰਿਸ਼ਨਾ ਦੇ ਮਾਰੇ ਹੋਏ ਨੇ, ਇੱਕ ਉਹ ਲੋਕ ਨੇ ਜਿਹੜੇ ਲੋਭ ਦੇ ਮਾਰੇ ਹੋਏ ਲੋਕ ਨੇ। ਤੇ ਮਹਾਂਪੁਰਖਾਂ ਨੇ, ਵੈਦਿਕ ਰਿਸ਼ੀਆਂ ਨੇ, ਵਿਦਾਂਤ ਨੇ ਇੱਕ ਗੱਲ ਕਹੀ ਹੈ ਕਿ ਅਗਰ ਬੰਦਾ ਚਾਰ ਤਰੀਕੇ ਦੇ ਨਾਲ ਸਹੀ ਜ਼ਿੰਦਗੀ ਬਤੀਤ ਕਰਦਾ ਹੈ ਤੇ ਅਖੀਰ ਵਿੱਚ ਉਹਨੂੰ ਮੋਖ ਦੀ ਪ੍ਰਾਪਤੀ ਹੁੰਦੀ ਹੈ। ਇਹ ਨਹੀਂ ਕਿ ਬੁੱਢਾ ਮਰ ਗਿਆ ਤੇ ਖੰਡ ਪਾਠ ਰੱਖਦਾ ਤੇ ਬਾਪੂ ਨੂੰ ਚਰਨਾਂ 'ਚ ਨਿਵਾਸ, ਇੱਦਾਂ ਨਹੀਂ ਮਿਲਦੇ ਚਰਨਾਂ 'ਚ ਨਿਵਾਸ।
ਖੰਡ ਪਾਠਾਂ ਦਾ ਨਹੀਂ ਨਿਵਾਸ ਮਿਲਦੇ ਚਰਨਾਂ 'ਚ। ਜ਼ਿੰਦਗੀ ਨੂੰ ਕਿਸੇ ਤਰੀਕੇ ਨਾਲ ਗੁਜ਼ਾਰਨਾ ਪੈਂਦਾ ਹੈ, ਤਾਂ ਜਾ ਕੇ ਮੰਜ਼ਲਾਂ ਮਿਲਦੀਆਂ ਨੇ। ਕਿ ਪਾਠਾਂ ਨਾਲ ਥੋੜ੍ਹਾ ਕੋਈ ਜ਼ਿੰਦਗੀਆਂ ਅੱਗੇ ਜਾ ਕੇ ਕੋਈ ਅੱਗੇ ਥਾਂ ਮਿਲ ਜਾਂਦਾ। ਤੇ ਜਿਸ ਤਰ੍ਹਾਂ 4 ਵੇਦ ਨੇ, 4 ਬੱਜਰ ਪਾਪ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾਂ ਅਨਚਾਰੀ ਕਾ ਧਾਨ। ਬ੍ਰਾਹਮਣ ਦੀ ਹੱਤਿਆ, ਧੀ ਦੀ ਹੱਤਿਆ, ਗਊ ਨੂੰ ਮਾਰਨਾ ਤੇ ਪਾਪੀ ਬੰਦੇ ਕੋ ਪੈਸਾ ਲੈ ਕੇ ਖਾਣਾ, ਇਹ ਬੱਜਰ ਪਾਪ ਨੇ। ਜਿੱਦਾਂ ਸਾਡੀਆਂ 4 ਬੱਜਰ ਕ੍ਰਹਿਤਾਂ ਵਾ ਨਾ, ਇਸੇ ਤਰ੍ਹਾਂ ਇਹ ਜ਼ਿੰਦਗੀ ਨੂੰ ਸਹੀ ਗੁਜ਼ਾਰਨ ਦੇ 4 ਤਰੀਕੇ ਨੇ। ਜਿਸ ਤਰ੍ਹਾਂ 4 ਮੁਸਲਮਾਨਾਂ ਦੀਆਂ ਅਵਸਥਾਵਾਂ ਨੇ ਬਾਣੀ ਨੇ ਦਸੀਆਂ, ਤਰੀਕਤ, ਮਾਰਫਤ ਤੇ ਸ਼ਰੀਅਤ ਤੋਂ ਸ਼ੁਰੂ ਕਰਦੇ ਨੇ। ਸ਼ਰੀਅਤ ਪਹਿਲੀ ਅਵਸਥਾ, ਜਿੱਦਾਂ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਪਹਿਲੋਂ ਜਪਜੀ ਸਾਹਿਬ ਨੇ ਆਖਿਆ ਧਰਮ 'ਚ ਆ, ਧਰਮ ਤੋਂ ਬਾਅਦ ਆ ਗਿਆਨ 'ਚ ਜਾ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਗਿਆਨ ਖੰਡ ਤੋਂ ਬਾਅਦ ਆ ਫਿਰ ਸ਼ਰਮ ਖੰਡ। ਇਹ ਕਦੇ ਇਸ ਦੀ ਆਪਾਂ ਵਿਆਖਿਆ ਘੰਟਾ ਲੱਗਣਾ ਵਾ। ਜਿਹੜੇ ਪਾਣੀ 'ਚ 5 ਖੰਡ ਨੇ ਨਾ, ਉਹ ਕਦੇ ਫੇਰ ਕਰਾਂਗੇ, ਸਿਰਫ ਟੂਕ ਮਾਤਰ ਹੀ ਆ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਦੂਸਰਾ, ਗਿਆਨ ਖੰਡ ਕਾ ਆਖੋ ਕਰਮ, तीसरा शर्म खंड की, शर्म खंड मेहनत मशक्कत करनी। ते जिहड़ा फिर मेहनत मशक्कत करदा ना, फिर कर्म खंड की बाणी जोरा, उत्थे रब दी बख्शिश हो जाती। जिहड़ा धर्म च आया, ज्ञान हासिल किया, मेहनत की, ते मेहनत तो बाद रब ने फल दे दिता। धर्म खंड का एहो धर्म, ज्ञान खंड का आखो कर्म, शर्म खंड की बाणी रूप। तिथे घाड़त घड़िए बहुत अनूप सुरत घड़ी जाती उत्थे। ते जदों घड़ी जाती सुरत, उदों फिर रब की बख्शिश हो जाती। उन्होंने कहते ने कर्म खंड की बाणी जोरा। ते जदों कर्म खंड हो गया, ते कर्म खंड दे अगले पासे दरवाजा वा सचखंड वसे निरंकार। फिर सचखंड है। इसी तरह मुसलमान पहली अवस्था नूं कहंदे ने शरीयत, दूसरी मार्फत, तीसरी तरीकत, ते चौथी उन्हां दी अवस्था वा हकीकत। ते वैदिक ऋषियां ने आख्या, भाई बंदिया, जे तू सफल जिंदगी जीना चाहुंदा है, ते ओह गल आरंभ जिथों कीती ना कि ये जगत ममता मूआ जीवन की विद ना है। जदों बंदा मर ही गया, डुब ही गया, वो तो खत्म हो गई कहानी। फिर मैं कह दिया, शरीर पानी च डुब जावे, कोई डिग पवे पानी च ना कढ़े, बंदा मर जाता है। अगर कोई मोह च डुब गया तो ना कोई गुरु पीरे दी बांह फड़े तो ये डुब के मर जाता है। ऐसा परिवार ना चिंबड़दा, अखीरले दम तक परिवार दा ही रह जाता है। बाबे फरीद ने कहा ना कि हंस उड्डियो तन गाडियो, सुजाई सैना अजू जीओ ना छोड़ाई रंकाई नैना। उन्हां महापुरखा ने आख्या, अगर जिंदगी तुसी सफला करना चाहुंदे हो, इहां खाड़ चलो हरलाहा आगे बसन सुहेला। जे अगे जाना चाहुंदे हो ते जिंदगी दे 4 पड़ाव ने। पहला पड़ाव जिंदगी दा 25 साल तक, उन्होंने 100 साल बंदे दी उम्र मिथी आ। ते वो कहंदे जिहड़े 25 साल पहले आ ना, ते दूसरे आ 25 तो 50 वाले, तीसरा पड़ाव आ 50 तो 75, ते चौथा पड़ाव जिंदगी का 75 तो 100 वाला। इन्हां 4 पड़ावां नूं जिद्दां 4 वेद ने, 4 कुंट ने, 4 बज्जर पाप ने, 4 नदियां ने, 4 बज्जर करैता ने, 4 अवस्थावां ने,
ਇਸੇ ਤਰ੍ਹਾਂ ਜ਼ਿੰਦਗੀ ਦੇ 4 ਪੜਾਅ ਨੇ। ਉਹਨਾਂ 4 ਪੜਾਵਾਂ ਵਿੱਚ 4 ਤਰੀਕਾਂ ਦੇ ਨਾਲ ਜ਼ਿੰਦਗੀ ਬਤੀਤ ਕਰਨੀ ਹੈ। ਉਹਨਾਂ ਨੇ ਪਹਿਲਾ ਪੜਾਅ ਆਖਿਆ ਵਾ ਜਤਿ ਆਸ਼ਰਮ। 25 ਸਾਲ ਤੱਕ ਬੰਦਾ ਜਤੀ ਰਵੇ। ਹੁਣ ਤੇ ਚਲੋ ਕਲਯੁਗ ਦਾ ਪਹਿਰਾ ਕਾਮ ਨੇ ਤਰਾਜ ਕਰ ਲਿਆ, ਹੁਣ ਮਦਨ ਦੇਵਤੇ ਦਾ ਰਾਜ ਹੋ ਗਿਆ, ਵਾਸ਼ਨਾ ਦਾ ਰਾਜ ਹੋ ਗਿਆ। ਮੈਂ ਖੁੱਲ੍ਹ ਕੇ ਗੱਲ ਨਾ ਹੀ ਕਵਾਂ। ਉਹ ਕਹਿੰਦੇ ਜਿਹੜੇ ਜ਼ਿੰਦਗੀ ਦੇ ਪਹਿਲੇ 25 ਸਾਲ ਹੁੰਦੇ ਆ ਨਾ ਸਾਡੇ, ਉਹ ਗੁਰੂ ਕੁਲ ਵਿੱਚ ਬਹਿ ਕੇ ਬਤੀਤ ਕਰੋ। ਉਦੋਂ ਸਕੂਲ ਨਹੀਂ ਸੀ ਹੁੰਦੇ, ਕਾਲਜ ਨਹੀਂ ਸੀ ਹੁੰਦੇ, ਯੂਨੀਵਰਸਿਟੀਆਂ ਨਹੀਂ ਸੀ ਹੁੰਦੀਆਂ। ਉਦੋਂ ਫਿਰ ਮਹਾਂਪੁਰਖ ਜਿਹੜੇ ਸੀ ਉਹਨਾਂ ਕੋਲ ਵਿੱਦਿਆ ਹੁੰਦੀ ਸੀ ਅਤੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇ ਸੀ ਧਰਮ ਸਥਾਨਾਂ 'ਤੇ ਬਹਿ ਕੇ। ਅਤੇ ਉਹਨੂੰ ਕਹਿੰਦੇ ਸੀ ਗੁਰੂ ਕੁਲ। ਉੱਥੇ ਪੜ੍ਹੋ ਲਿਖੋ ਅਤੇ ਕੀ ਖਾਣਾ, ਕੀ ਨਹੀਂ ਪਹਿਨਣਾ, ਕੀ ਕਰਨਾ, ਸਾਰੇ ਜ਼ਿੰਦਗੀ ਦੇ ਉੱਥੋਂ ਗੱਲਾਂ ਸਿੱਖੋ 25 ਸਾਲ ਤੱਕ। ਅਤੇ ਜਿੱਦਣ ਤੁਸੀਂ 25 ਸਾਲ ਦੇ ਹੋ ਗਏ ਨਾ, ਉਦਣ ਫਿਰ ਗ੍ਰਹਿਸਥ ਆਸ਼ਰਮ 'ਚ ਪ੍ਰਵੇਸ਼ ਕਰ ਜਾਓ।